तेग बहादुर सिमरिए करना नित आवे ताए। तेग बहादुर सिमरिए करना नित आवे ताए। सत नाम धन वाहे गुरु जी। कृपा कर हो दीन के दाते, मेरा गुण अवगुण ना विचारो कोई। माटी का क्या तो पै स्वामी, मानस की गत एही। जो हमारी विद होती मेरा सतगुरा, सा विद तुम्हार जानो आपे। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जिन केरा, जित मिलै चूके सब सोग संतापे। परम सन्मान योग जुगो जुग अटल तख्त चवर छत्र दे मालक सतगुरु श्री गुरु ग्रंथ साहिब महाराज पातशाह जी दी पावन पवित्र हजूरी अंदर नौवें गुरुदेव पातशाह धन श्री गुरु तेग बहादुर महाराज पातशाह जी दी 400 साला शताब्दी ਨੂੰ ਸਮਰਪਿਤ ਸਿੱਖ ਚੈਨਲ UK ਦੇ ਮਾਧਿਅਮ ਰਾਹੀਂ ਆਪ ਸੰਗਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਜੀਵਨ ਦੇ ਇਤਿਹਾਸ ਨੂੰ ਸਰਵਨ ਕਰ ਰਹੇ ਹੋ। ਗੁਰੂ ਸਾਹਿਬ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਤਾਂ ਕਿ ਅਗਲੇਰਾ ਇਤਿਹਾਸ ਜੋ ਸਤਿਗੁਰੂ ਮਹਾਰਾਜ ਜੀ ਦਾ ਹੈ ਉਸ ਦੀ ਵਿਚਾਰ ਆਪ ਸੰਗਤ ਦੇ ਨਾਲ ਤੁਸ਼ਬੁੱਧੀ ਅਨੁਸਾਰ ਸਾਂਝੀ ਕਰ ਸਕਾਂ। ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਨ ਕੀਤਾ ਸੀ कि सतगुरु श्री गुरु हरकृष्ण महाराज बाला प्रीतम दिल्ली बंगला साहिब के अस्थान के उपर सतगुरु महाराज जी ने ज्योति जोत समाउण तो पहला ये बचन कहे सन कि बाबा बसे ग्राम बकाले, बन गुर संगत सदा संभाले। सतगुरु महाराज जी के ये बचन सन कि अगला गुरु शरीर जिहड़ा है वो बाबे बकाले की धरती ते है।
ਭਾਵ ਕਿ ਉਹ ਸਾਡਾ ਬਾਬਾ, ਸਾਡਾ ਦਾਦਾ ਹੋਵੇਗਾ। ਕੁਝ ਈਰਖਾਲੂ ਜਿਹੜੇ ਲੋਕ ਸਨ, ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਇਹਨਾਂ ਬਚਨਾਂ ਨੂੰ ਆਪਣੇ ਅਨੁਸਾਰ ਢਾਲਣ ਵਾਸਤੇ, ਖਾਸ ਕਰਕੇ ਜਦੋਂ ਧੀਰਮਲ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਧੀਰਮਲ ਜਿਹੜਾ ਸੀ ਉਹ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਿਸ਼ਤੇ ਦੇ ਵਿੱਚੋਂ ਤਾਇਆ ਲੱਗਦਾ ਹੈ। ਇਤਿਹਾਸ ਦੇ ਬਚਨ ਨੇ ਜਿਸ ਵੇਲੇ ਧੀਰਮਲ ਦਾ ਜਨਮ ਹੋਇਆ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਬਾਲਕ ਨੂੰ ਦੇਖਣ ਵਾਸਤੇ ਗਏ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਸ ਵੇਲੇ ਬਚਨ ਸਨ ਕਿ ਬਾਬਾ ਬੁੱਢਾ ਸਾਹਿਬ ਜੀ, ਤਾਇਆ ਫਿਰ ਵਾਪਸ ਆ ਗਿਆ ਹੈ। ਇੱਥੇ ਤਾਏ ਤੋਂ ਭਾਵ ਸੀ ਕਿ ਪ੍ਰਿਥੀ ਚੰਦ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਵੱਡੇ ਭਰਾਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਨੇ, ਤਾਇਆ ਜਿਵੇਂ ਫਿਰ ਵਾਪਸ ਆ ਗਿਆ ਹੋਵੇ, ਇਵੇਂ ਲੱਗਦਾ ਹੈ ਕਿ ਉਹਨੇ ਜਨਮ ਲਿਆ ਹੋਵੇ, ਕਿਉਂਕਿ ਧੀਰਮਲ ਜਿਹੜਾ ਹੈ ਇਹਨੇ ਗੁਰੂ ਘਰ ਦੇ ਵਿੱਚ ਕੋਈ ਚੰਗੇ ਕੰਮ ਨਹੀਂ ਕੀਤੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਇਹ ਹੁਕਮ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ। ਹੁਣ ਧੀਰਮਲ ਨੇ ਵੀ ਦਾਅਵਾ ਕੀਤਾ ਕਿ ਬਾਬਾ ਸਾਡਾ ਜਿਹੜਾ ਦਾਦਾ ਸੀ, ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਜਿਹੜੇ ਦਾਦੇ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ, ਤੇ ਬਾਬਾ ਗੁਰਦਿੱਤਾ ਜੀ ਦੇ ਘਰ ਦੇ ਵਿੱਚ ਗੁਰਤਾ ਟਿਕ ਗਈ ਹੈ, ਕਿਉਂਕਿ ਬਾਬਾ ਗੁਰਦਿੱਤਾ ਜੀ ਜਿਹੜੇ ਨੇ ਉਹਨਾਂ ਦੇ ਸਪੁੱਤਰ ਨੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ, ਤੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਅੱਗੇ ਜਾ ਕੇ ਸਪੁੱਤਰ ਨੇ ਸਤਿਗੁਰੂ ਗੁਰੂ ਹਰਕ੍ਰਿਸ਼ਨ ਮਹਾਰਾਜ। ਧੀਰਮਲ ਦਾ ਇਹ ਦਾਅਵਾ ਸੀ ਕਿ ਗੁਰਤਾ ਜਿਹੜੀ ਹੈ ਉਹ ਬਾਬੇ ਗੁਰਦਿੱਤੇ ਦੇ ਘਰ ਦੇ ਵਿੱਚ ਰਹਿਣੀ ਹੈ। ਇਸ ਕਰਕੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਨੇ ਕਿਹਾ ਹੈ ਕਿ ਬਾਬਾ ਬਕਾਲੇ, ਕਿ ਬਾਬੇ ਦੇ ਘਰ ਦੇ ਵਿੱਚ, ਸਾਡੇ ਦਾਦੇ ਦੇ ਘਰ ਦੇ ਵਿੱਚ ਗੁਰਿਆਈ ਹੈ। ਪਰ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਾ ਇਸ਼ਾਰਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਵੱਲੇ ਸੀ। ਧੀਰਮਲ ਨੇ ਵੀ ਉੱਥੇ ਮੰਜੀ ਆਸਣ ਲਗਾਉਣਾ ਸ਼ੁਰੂ ਕੀਤਾ। ਭਾਈ ਗੁਰਦਾਸ ਜੀ ਦੇ ਦੁਆਰਾ ਲਿਖੀ ਹੋਈ ਜਿਹੜੀ ਬੀੜ ਸੀ, ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਪਾਦਨ ਕਰਵਾਇਆ, ਰਾਮਸਰ ਦੇ ਅਸਥਾਨ ਦੇ ਉੱਪਰ ਜਿਸ ਦੀ ਸੰਪਾਦਨਾ ਹੋਈ, ਉਹ ਬੀੜ ਵੀ ਇਹਨੇ ਨਾਲ ਲੈ ਕਰਕੇ ਇਹਨੇ ਵੀ ਆਪਣਾ ਆਸਣ ਬਕਾਲੇ ਦੀ ਧਰਤੀ 'ਤੇ ਲਾਇਆ। ਗੱਲ ਕੀ ਸਾਧ ਸੰਗਤ ਜੀ ਕਿ ਸਤਿਗੁਰੂ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵਿੱਚ ਇਤਿਹਾਸ ਕਹਿੰਦਾ ਹੈ ਕਿ 22 ਦਾਅਵੇਦਾਰ ਜਿਹੜੇ ਸਨ ਉੱਥੇ ਇਕੱਠੇ ਹੋ ਗਏ। ਉਹਨਾਂ ਵਿੱਚੋਂ ਕੁਝ ਤਾਂ ਸਤਿਗੁਰੂ ਮਹਾਰਾਜ ਜੀ ਦੇ, ਜਿਵੇਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਅੰਸ਼ ਬੰਸ ਦੇ ਵਿੱਚੋਂ ਜਿਵੇਂ ਧੀਰਮਲ ਹੈ, ਤੇ ਕੁਝ ਉਸ ਤਰ੍ਹਾਂ ਜਿਹੜੇ ਸਨ ਉਹ ਵੀ ਆ ਕਰਕੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 9ਵੀਂ ਜੋਤ ਅਖਵਾਉਣ ਲੱਗੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬਿਲਕੁਲ ਅਸ਼ਾਂਤ ਤੇ ਅਡੋਲ ਹੋ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਪਰਮਾਤਮਾ ਦੀ ਬੰਦਗੀ ਦੇ ਵਿੱਚ ਲੀਨ ਹਨ। ਦੂਸਰੇ ਪਾਸੇ ਸਿੱਖ ਧਰਮ ਦੇ ਵਿੱਚ ਖਾਸ ਥਾਂ ਰੱਖਣ ਵਾਲੇ ਬਾਬਾ ਮੱਖਣ ਸ਼ਾਹ ਲੁਬਾਣਾ, ਉਹ ਗੁਜਰਾਤ ਵਾਲੇ ਪਾਸੇ ਜਿਹੜਾ ਸੀ ਆਪਣਾ ਕਾਰੋਬਾਰ ਵਪਾਰ ਕਰਦੇ ਸੀ। ਦੱਖਣੀ ਅਫਰੀਕਾ ਤੱਕ ਉਹਨਾਂ ਦਾ ਕਾਰੋਬਾਰ ਸੀ। ਖਾਸ ਕਰਕੇ ਉਹ ਇੱਕ ਖਾਸ ਕਿਸਮ ਦਾ ਲੂਣ ਜਿਹੜਾ ਸੀ ਉਹ ਫੌਜ ਨੂੰ ਸਪਲਾਈ ਕਰਦੇ ਸੀ, ਜਿਸ ਲੂਣ ਦੀ ਵਰਤੋਂ ਹਥਿਆਰਾਂ ਦੇ ਵਿੱਚ ਕੀਤੀ ਜਾਂਦੀ ਸੀ। ਬਾਬਾ ਮੱਖਣ ਸ਼ਾਹ ਲੁਬਾਣਾ ਪਹਿਲੇ ਲੁਬਾਣਾ ਸਿੱਖ ਨਹੀਂ ਨੇ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਜਦੋਂ ਉਦਾਸੀਆਂ ਕਰਨ ਸਮੇਂ ਪਹਿਲੀ ਵਾਰੀ ਗੁਜਰਾਤ ਜਾਂਦੇ ਨੇ, ਤੇ ਉਸ ਗੁਜਰਾਤ ਦੇ ਇਲਾਕੇ ਦੇ ਵਿੱਚ ਇੱਕ ਸਤਿਗੁਰੂ ਮਹਾਰਾਜ ਜੀ ਦਾ ਸਿੱਖ ਬਣਿਆ ਜਿੰਦਾ ਨਾਂ ਸੀ ਭਾਈ ਸੋਨਾ। ਇਤਿਹਾਸ ਨੇ ਉਹਨੂੰ ਸੋਨਾ ਪੇਲੀਆ ਕਰਕੇ ਕਿਹਾ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜਦੋਂ ਉਹਦੇ ਘਰ ਗਏ, ਉਹਦੇ ਘਰ ਦੇ ਉੱਪਰ ਕਈ ਝੰਡੇ ਲਹਿਰਾਉਂਦੇ ਪਏ ਸਨ, ਜੋ ਇਸ ਗੱਲ ਦਾ ਪ੍ਰਤੀਕ ਸੀ ਕਿ ਇਹਦੇ ਕੋਲ ਇੰਨੀ ਜ਼ਿਆਦਾ ਤਾਕਤ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦੇ 'ਤੇ ਕਿਰਪਾ ਕੀਤੀ, ਸੱਚ ਦਾ ਉਪਦੇਸ਼ ਦਿੱਤਾ, ਅਤੇ ਗੁਰੂ ਘਰ ਦਾ ਪ੍ਰਚਾਰਕ ਜਿਹੜਾ ਸੀ ਭਾਈ ਸੋਨੇ ਪੇਲੀਏ ਨੂੰ ਥਾਪਿਆ। ਇਸੇ ਹੀ ਪਰਿਵਾਰ ਦੇ ਵਿੱਚੋਂ, ਭਾਈ ਸੋਨੇ ਪੇਲੀਏ ਦੇ ਪਰਿਵਾਰ ਦੇ ਵਿੱਚੋਂ ਹੀ ਅੱਗੇ ਜਾ ਕੇ ਬਾਬਾ ਮੱਖਣ ਸ਼ਾਹ ਲੁਬਾਣੇ ਦਾ ਜਨਮ ਹੁੰਦਾ ਹੈ। ਇਸੇ ਲੁਬਾਣਾ ਬਰਾਦਰੀ ਦੇ ਵਿੱਚੋਂ ਹੀ ਗੁਰੂ ਨਾਨਕ ਦੇਵ ਮਹਾਰਾਜ ਜਿਸ ਵੇਲੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਸਨ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਭਾਈ ਮਨਸੁਖ ਜੀ ਆਉਂਦੇ ਨੇ, ਜਿਹੜੇ ਲਾਹੌਰ ਦੇ ਰਹਿਣ ਵਾਲੇ ਨੇ।
ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੇ ਜਿਸ ਵੇਲੇ ਉਹਨੇ ਦਰਸ਼ਨ ਕੀਤੇ ਸੀ, ਮਨ 'ਚ ਸ਼ਰਤੇ ਰੱਖ ਕੇ ਆਇਆ ਸੀ ਕਿ ਜੇਕਰ ਗੁਰੂ ਨਾਨਕ ਮੇਰਾ ਨਾਮ ਦੱਸ ਦਿੰਦੇ ਆ ਤੇ ਮੈਂ ਮੰਨ ਲਵਾਂਗਾ ਕਿ ਉਹ ਸੱਚੇ ਗੁਰੂ ਨੇ, ਨਹੀਂ ਤੇ ਅੱਜ ਪਖੰਡ ਬਹੁਤਾ ਚੱਲਦਾ ਪਿਆ ਹੈ, ਆਪਣੇ ਆਪ ਨੂੰ ਲੋਕੀ ਰੱਬ ਅਖਵਾਉਂਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਜਿਸ ਵੇਲੇ ਦਰਸ਼ਨ ਕੀਤੇ ਤੇ ਸਤਿਗੁਰ ਮਹਾਰਾਜ ਨੇ ਆਵਾਜ਼ ਦੇ ਕੇ ਕਿਹਾ ਸੀ, ਮਨਸੁਖ। ਜਦੋਂ ਕੋਲ ਆਇਆ, ਚਰਨਾਂ ਤੇ ਡਿੱਗਿਆ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਮਨਸੁਖ ਨਾਮ ਹੀ ਮਨਸੁਖ ਹੈ ਕਿ ਕੋਈ ਮਨ ਦਾ ਵੀ ਸੁੱਖ ਕੋਲ ਹੈ। ਹੱਥ ਜੋੜ ਕੇ ਆਖਦਾ ਹੈ, ਸੱਚੇ ਪਾਤਸ਼ਾਹ ਮੇਰਾ ਕੇਵਲ ਨਾਮ ਮਨਸੁਖ ਹੈ, ਮੈਂ ਮਨ ਦੇ ਕਰਕੇ ਸੁਖੀ ਨਹੀਂ, ਆਪ ਕਿਰਪਾ ਕਰੋ। ਸਤਿਗੁਰ ਮਹਾਰਾਜ ਜੀ ਨੇ ਫਿਰ ਉਹਨੂੰ ਸ਼ਬਦ ਦੀ ਦਾਤ ਦਿੱਤੀ। ਇਤਿਹਾਸ ਦੇ ਵਿੱਚ ਇਸ ਤਰ੍ਹਾਂ ਵੀ ਜ਼ਿਕਰ ਹੈ ਕਿ ਭਾਈ ਮਨਸੁਖ ਜਿਹੜੇ ਸਨ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇੰਨਾ ਜ਼ਿਆਦਾ ਪ੍ਰੇਮੀ ਸਨ ਕਿ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਸੇ ਨੂੰ ਵੀ ਕੋਈ ਉਪਦੇਸ਼ ਦਿੰਦੇ ਹੋ ਨਾ, ਵਿਚਾਰਕ ਤੌਰ 'ਤੇ ਸ਼ਬਦ ਬਾਣੀ ਦਾ ਦਿੰਦੇ ਹੋ ਨਾ ਉਪਦੇਸ਼, ਤੇ ਭਾਈ ਮਨਸੁਖ ਨੇ ਉਹਨੂੰ ਕਾਗਜ਼ ਉੱਪਰ ਨੋਟ ਕਰ ਲੈਣਾ, ਲਿਖ ਲੈਣਾ। ਤੇ ਜਦੋਂ ਸਤਿਗੁਰ ਨੇ ਪੁੱਛਣਾ ਕਿ ਅਸੀਂ ਤਾਂ ਵੈਸੇ ਹੀ ਕਿਸੇ ਨਾਲ ਜਦੋਂ ਵਿਚਾਰ ਕਰਦੇ ਹਾਂ ਤੇ ਤੁਸੀਂ ਉਹ ਵੀ ਬਚਨ ਸਾਡੇ ਲਿਖ ਦਿਓ, ਇਹ ਕਿਉਂ? ਤੇ ਭਾਈ ਮਨਸੁਖ ਜੀ ਨੇ ਕਹਿਣਾ, ਸਤਿਗੁਰ ਮਹਾਰਾਜ ਇਹਨਾਂ ਬਚਨਾਂ ਦੇ ਵਿੱਚੋਂ ਤੁਹਾਡੇ ਦਰਸ਼ਨ ਹੁੰਦੇ ਨੇ। ਭਾਈ ਮਨਸੁਖ ਜੀ ਸਤਿਗੁਰ ਮਹਾਰਾਜ ਜੀ ਦੇ ਹੁਕਮ ਦੇ ਨਾਲ ਇਹ ਸ਼੍ਰੀਲੰਕਾ ਉਸ ਵੇਲੇ ਜਿਹੜਾ ਸੀ ਸਿੰਗਲਾ ਦੀਪ ਕਿਹਾ ਜਾਂਦਾ ਸੀ, ਉੱਥੇ ਵਪਾਰ ਕਰਨ ਵਾਸਤੇ ਗਏ। ਉੱਥੋਂ ਦਾ ਰਾਜਾ ਜਿਹੜਾ ਸੀ ਸ਼ਿਵਨਾਬ ਜਿਹੜਾ ਸੀ ਉਹ ਸ਼ਿਵ ਜੀ ਦਾ ਭਗਤ ਸੀ ਤੇ ਉਸ ਵੇਲੇ ਵਰਤ ਚੱਲਦੇ ਪਏ ਸੀ ਤੇ ਸਾਰੀ ਨਗਰੀ ਜਿਹੜੀ ਸੀ ਉਹਨਾਂ ਨੇ ਵਰਤ ਰੱਖੇ ਨੇ। ਪਰ ਗੁਰੂ ਘਰ ਦੇ ਵਿੱਚ ਸਤਿਗੁਰ ਮਹਾਰਾਜ ਨੇ ਜਿਵੇਂ ਸਾਨੂੰ ਵਰਜਿਆ ਹੈ ਕਿ ਕਰਮ ਕਾਂਡ ਨਹੀਂ ਕਰਨੇ, ਸਤਿਗੁਰ ਮਹਾਰਾਜ ਜੀ ਦੇ ਬਚਨਾਂ ਅਨੁਸਾਰ ਕਿਰਤ ਕਰਕੇ ਅੰਮ੍ਰਿਤ ਵੇਲੇ ਬਾਣੀ ਦਾ ਪਾਠ ਕੀਤਾ, ਦੇਗ ਤਿਆਰ ਕੀਤੀ ਤੇ ਸੰਗਤ ਜਿਹੜੇ ਨਾਲ ਸਾਥੀ ਇੰਦੇ ਗਏ ਸਨ ਵਪਾਰੀ ਭਾਈ ਮਨਸੁਖ ਜੀ ਦੇ ਨਾਲ, ਉਹਨਾਂ ਨੂੰ ਪ੍ਰਸ਼ਾਦ ਛਕਾਉਣਾ ਕੀਤਾ ਤੇ ਈਰਖਾਲੂ ਲੋਕਾਂ ਨੇ ਜਾ ਕੇ ਸ਼ਿਵਨਾਬ ਨੂੰ ਸ਼ਿਕਾਇਤ ਕੀਤੀ। ਸ਼ਿਵਨਾਬ ਜਿਹੜਾ ਹੈ ਉਹਨੇ ਦਰਬਾਰ ਦੇ ਵਿੱਚ ਭਾਈ ਮਨਸੁਖ ਨੂੰ ਬੁਲਾਉਣਾ ਕੀਤਾ, ਜੇਲ੍ਹ ਦੇ ਵਿੱਚ ਵੀ ਪਾ ਦਿੱਤਾ ਗਿਆ। ਪਰ ਲੋਕਾਂ ਨੇ ਜਾ ਕੇ, ਜਿਹੜੇ ਜੇਲ੍ਹ ਦੇ ਅਧਿਕਾਰੀ ਸੀ ਉਹਨਾਂ ਨੇ ਜਾ ਕੇ ਸ਼ਿਵਨਾਬ ਨੂੰ ਦੱਸਿਆ, ਕਹਿੰਦੇ ਜੇਲ੍ਹ ਦੇ ਵਿੱਚ ਆ ਕੇ ਲੋਕ ਦੁਖੀ ਹੋ ਜਾਂਦੇ ਨੇ, ਪਰ ਆ ਜਿਹੜਾ ਹਿੰਦੁਸਤਾਨ ਦੀ ਧਰਤੀ ਤੋਂ ਵਪਾਰੀ ਆਇਆ ਜਿਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ, ਉਹ ਜੇਲ੍ਹ ਦੇ ਵਿੱਚ ਵੀ ਉਵੇਂ ਹੈ ਜਿਵੇਂ ਘਰ ਦੇ ਵਿੱਚ ਰਹਿੰਦਾ ਹੋਵੇ। ਜਦੋਂ ਸੱਦਿਆ ਗਿਆ ਤੇ ਪੁੱਛਿਆ ਕਿ ਇਹ ਕਿਵੇਂ, ਤੇ ਉਹਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗੇ ਇਹ ਸਾਰੀ ਕਿਰਪਾ ਮੇਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਮੇਰੇ ਹਿਰਦੇ ਨੂੰ, ਮੇਰੇ ਮਨ ਨੂੰ ਅਸਲ 'ਚ ਸੁੱਖ ਮਿਲ ਗਿਆ ਹੈ। ਹੁਣ ਮੈਨੂੰ ਦੁਨਿਆਵੀ ਦੁੱਖ ਜਿਹੜੇ ਨੇ ਉਹ ਡਰਾ ਨਹੀਂ ਸਕਦੇ, ਮੈਨੂੰ ਦੁਨਿਆਵੀ ਜਿਹੜੇ ਦੁੱਖ ਨੇ ਉਹ ਦੁਖੀ ਨਹੀਂ ਕਰ ਸਕਦੇ। ਸ਼ਿਵਨਾਬ ਨੇ ਫਿਰ ਬੇਨਤੀ ਕੀਤੀ ਸੀ, ਕਹਿਣ ਲੱਗੇ ਭਾਈ ਮਨਸੁਖ ਫਿਰ ਮੈਨੂੰ ਵੀ ਐਸੇ ਗੁਰੂ ਦੇ ਦਰਸ਼ਨ ਕਰਾ ਤਾਂ ਕਿ ਮੈਂ ਵੀ ਮਨ ਦਾ ਸੁੱਖ ਪ੍ਰਾਪਤ ਕਰ ਸਕਾਂ, ਮੈਨੂੰ ਲੈ ਕਰਕੇ ਚੱਲ ਜਿੱਥੇ ਗੁਰੂ ਨਾਨਕ ਬੈਠੇ ਨੇ। ਭਾਈ ਮਨਸੁਖ ਨੇ ਕਿਹਾ ਸੀ, ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ ਹੈ, ਤੂੰ ਇੱਥੇ ਹੀ ਭਾਵਨਾ ਦੇ ਨਾਲ ਗੁਰੂ ਨਾਨਕ ਨੂੰ ਯਾਦ ਕਰਨਾ ਸ਼ੁਰੂ ਕਰ, ਗੁਰੂ ਨਾਨਕ ਆਪ ਆ ਜਾਂਦੇ ਨੇ। ਇਹ ਹਕੀਕਤ ਹੈ, ਇਹ ਸੱਚ ਹੈ ਕਿ ਅੱਜ ਵੀ ਜੇਕਰ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਨਾਨਕ ਨੂੰ ਟਿਕ ਕਰਕੇ ਯਾਦ ਕਰੀਏ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਿਤੇ ਬਾਹਰ ਨਹੀਂ, ਸਾਡੇ ਅੰਦਰ ਹੀ ਪ੍ਰਗਟ ਹੋਵਣਗੇ। ਸਭ ਕਿਛ ਕਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ 'ਚ ਅਨੇਕਾਂ ਪ੍ਰਮਾਣ ਨੇ। ਜੰਗਲ ਜੰਗਲ ਕਿਆ ਭਵੇ ਹੈ, ਵਨ ਕੰਡਾ ਮੂੜੇ ਹੈ, ਵਸੀ ਰੱਬ ਹਿਆਲੀਏ, ਬਾਹਰ ਕਿਆ ਟੁੰਡੇ ਹੈ। ਇਤਿਹਾਸ ਕਹਿੰਦਾ ਹੈ ਕਿ ਭਾਈ ਮਨਸੁਖ ਦੇ ਆਉਣ ਤੋਂ ਬਾਅਦ ਵਾਪਸ ਜਦੋਂ ਸਿੰਗਲਾ ਦੀਪ ਤੋਂ ਆਏ, ਰਾਜਾ ਸ਼ਿਵਨਾਬ ਇੰਨਾ ਕੁ ਗੁਰੂ ਨਾਨਕ ਦੇ ਪ੍ਰੇਮ ਦੇ ਵਿੱਚ ਭਿੱਜਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਨੂੰ ਹਰ ਵੇਲੇ ਜਪਦੇ ਰਹਿਣਾ। ਤੇ ਇਤਿਹਾਸ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਆਪ ਸ਼ਿਵਨਾਬ ਨੂੰ ਦਰਸ਼ਨ ਦੇਣ ਵਾਸਤੇ ਗਏ। ਸਤਿਗੁਰ ਮਹਾਰਾਜ ਜੀ ਦੇ ਘਰ ਦੇ ਵਿੱਚ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੂਸਰੀ ਸਰੀਰਕ ਜੋਤ ਜਿਨ੍ਹਾਂ ਵਿੱਚ ਆ ਕੇ ਟਿਕੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਕਿਉਂਕਿ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਜੋਤ ਦੂਸਰੀ, ਨਹੀਂ, ਸਤਿਗੁਰ ਮਹਾਰਾਜ ਕਹਿੰਦੇ ਨੇ ਜੋਤ 오ਹਾ ਜੁਗਤ ਸਾਏ, ਸਹਿ ਕਾਇਆ ਫੇਰ ਪਲਟੀਐ। ਜੋਤ ਨਹੀਂ ਬਦਲਦੀ ਰਹੀ, ਕੇਵਲ ਸਰੀਰ ਹੀ ਬਦਲਦਾ ਰਿਹਾ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਮੇਂ
ਭਾਈ ਸੌਂਦੇ ਸ਼ਾਹ ਜਿਹੜੇ ਸਨ ਉਹ ਗੁਰੂ ਨਾਨਕ ਦੇਵ ਮਹਾਰਾਜ ਘਰ ਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਰਹੇ, ਇਹ ਵੀ ਲੁਬਾਣੇ ਸਿੱਖ ਸਨ। ਭਾਈ ਸੌਂਦੇ ਸ਼ਾਹ ਤੋਂ ਬਾਅਦ ਵਿੱਚ ਭਾਈ ਦਾਸਾ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ। ਗੁਰੂ ਨਾਨਕ ਦੇਵ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਨੇ 22 ਜਿਹੜੇ ਸਨ ਉਹ ਮੰਜੀਆਂ ਤੇ ਜਿਹੜੇ ਸਨ 52 ਪੀੜੇ ਥਾਪੇ ਸਨ। ਸਤਿਗੁਰੂ ਮਹਾਰਾਜ ਜੀ ਨੇ ਪਾਵਕੀ ਮਹਾਰਾਜ ਨੇ 22 ਮੰਜੀਆਂ ਤੋਂ ਭਾਵ ਕਿ ਸਤਿਗੁਰ ਨੇ ਇਹ 22 ਪ੍ਰਚਾਰਕ ਕੇਂਦਰ ਬਣਾ ਦਿੱਤੇ ਤੇ 52 ਪੀੜ੍ਹੀਆਂ ਤੋਂ ਭਾਵ ਸੀ ਕਿ ਉਪ ਕੇਂਦਰ ਬਣਾਏ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰੂ ਰਾਮਦਾਸ ਨੇ ਫਿਰ ਇਸ ਪ੍ਰਥਾ ਨੂੰ ਮਸੰਦ ਪ੍ਰਥਾ ਦੇ ਵਿੱਚ ਤਬਦੀਲ ਕੀਤਾ। ਮਸੰਦ ਦੇ ਅਰਥ ਹੁੰਦੇ ਨੇ ਕਿ ਜਿਹੜਾ ਛੋਟਾ ਆਸਣ ਲਾਵੇ, ਕਿਉਂਕਿ ਗੁਰੂ ਸਾਹਿਬ ਵੱਡੇ ਆਸਣ ਤੇ ਬੈਠਣਾ, ਤੇ ਮਸੰਦਾਂ ਨੂੰ ਇਹ ਹੁਕਮ ਕਰ ਦਿੱਤਾ ਸੀ ਕਿ ਤੁਸੀਂ ਵੀ ਆਸਣ ਲਾ ਕਰਕੇ ਸੰਗਤ ਨੂੰ ਉਪਦੇਸ਼ ਦੇ ਸਕਦੇ ਹੋ, ਭਾਵ ਕਿ ਛੋਟੇ ਆਸਣ ਤੇ ਉਹਨਾਂ ਨੇ ਬੈਠਣਾ। ਇਹ ਵੀ ਗੁਰੂ ਘਰ ਦੇ ਪ੍ਰਚਾਰਕ ਹੋਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਤੇ ਇਸੇ ਪ੍ਰਥਾ ਦੇ ਅਧੀਨ ਭਾਈ ਦਾਸਾ ਜਿਹੜੇ ਸਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ, ਉਹਨਾਂ ਨੇ ਮਸੰਦ ਥਾਪਿਆ ਗੁਰੂ ਰਾਮਦਾਸ ਜੀ ਨੇ ਭਾਈ ਦਾਸਾ ਜੀ ਨੂੰ। ਭਾਈ ਦਾਸਾ ਜੀ ਦੱਖਣੀ ਅਫਰੀਕਾ ਦੇ ਵਿੱਚ ਇਹਨਾਂ ਦਾ ਵਪਾਰ ਸੀ ਔਰ ਭਾਈ ਦਾਸਾ ਜੀ ਦੇ ਹੀ ਪੁੱਤਰ ਨੇ ਬਾਬਾ ਮੱਖਣ ਸ਼ਾਹ ਲੁਬਾਣਾ। ਇਸ ਤੋਂ ਬਾਅਦ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਭਾਈ ਹਸਨਾ ਇਹ ਵੀ ਲੁਬਾਣਾ ਨੇ ਤੇ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਲੰਗਰ ਦੀ ਜਿਹੜੀ ਸਾਰੀ ਸੇਵਾ ਇੰਚਾਰਜ ਜਿਹੜਾ ਸੀ ਲੰਗਰ ਦਾ ਉਹ ਭਾਈ ਹਸਨਾ ਨੂੰ ਬਣਾਇਆ ਸੀ, ਇਹ ਵੀ ਲੁਬਾਣਾ ਸਿੱਖ ਨੇ। ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੇ ਭਾਈ ਬੱਲੂ ਨਥੀਆ ਦੋਸਾ ਸੁਹੇਲਾ ਇਹ ਸਤਿਗੁਰੂ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਸਮੇਂ ਤੇ ਇਹਨਾਂ ਨੇ ਜੰਗਾਂ ਲੜੀਆਂ, ਜੰਗਾਂ ਦੇ ਵਿੱਚ ਹਿੱਸਾ ਪਾਇਆ ਔਰ ਸ਼ਹਾਦਤ ਜਿਹੜੀ ਸੀ ਇਹਨਾਂ ਨੇ ਪ੍ਰਾਪਤ ਕੀਤੀ। ਸਤਿਗੁਰੂ ਮਹਾਰਾਜ ਜੀ ਦੇ ਹਜ਼ੂਰੀ ਸੇਵਕਾਂ ਦੇ ਵਿੱਚੋਂ ਭਾਈ ਤਖਤ ਮੱਲ ਜਿਹੜੇ ਸਨ ਬਜ਼ੁਰਗਵਾਲ ਦੇ, ਲਾਹੌਰ ਪਾਕਿਸਤਾਨ ਦੇ ਵਿੱਚ ਇਹ ਗੁਜਰਾਤ ਇਲਾਕੇ ਦੇ ਵਿੱਚ ਇੱਕ ਨਗਰ ਹੈ ਬਜ਼ੁਰਗਵਾਲ, ਉੱਥੋਂ ਦੇ ਜਿਹੜੇ ਸਨ ਭਾਈ ਤਖਤ ਮੱਲ ਇਹ ਸਤਿਗੁਰੂ 6ਵੇਂ ਪਾਤਸ਼ਾਹ ਜੀ ਦੇ ਹਜ਼ੂਰੀ ਸੇਵਕਾਂ ਦੇ ਵਿੱਚੋਂ ਸਨ। ਤੇ ਇਸੇ ਹੀ ਭਾਈ ਤਖਤ ਮੱਲ ਦੇ ਪਰਿਵਾਰ ਦੇ ਵਿੱਚੋਂ ਅੱਗੇ ਜਾ ਕਰਕੇ ਜਿਹੜਾ ਲੱਖੀ ਸ਼ਾਹ ਵਣਜਾਰਾ ਜਿਹੜਾ ਹੈ ਉਹ ਇਹਨਾਂ ਦੀ ਕੁੱਲ ਵਿੱਚ ਪੈਦਾ ਹੁੰਦਾ ਹੈ। ਇਸੇ ਹੀ ਕੁੱਲ ਦੇ ਵਿੱਚ ਬਾਬਾ ਲੱਖੀ ਸ਼ਾਹ ਵਣਜਾਰਾ ਦੀ ਕੁੱਲ ਦੇ ਵਿੱਚੋਂ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਹੋਏ ਨੇ, ਜਿਨ੍ਹਾਂ ਨੇ ਗੁਰਮਤ ਦਾ ਬਹੁਤ ਪ੍ਰਚਾਰ ਕੀਤਾ ਤੇ ਲੁਬਾਣਾ ਬਰਾਦਰੀ ਨੂੰ ਇੱਕ ਜਗ੍ਹਾ ਤੇ ਕਰਕੇ ਇਕੱਠਿਆਂ ਉਹਨਾਂ ਨੂੰ ਇੱਕ ਤਾਕਤ ਦੇ ਰੂਪ ਦੇ ਵਿੱਚ ਇਕੱਠਿਆਂ ਕਰ ਦਿੱਤਾ। ਐਜੂਕੇਸ਼ਨ ਦਾ ਵਿਦਿਅਕ ਪ੍ਰਚਾਰ ਉਹਨਾਂ ਨੇ ਕੀਤਾ, ਅੰਮ੍ਰਿਤ ਸੰਚਾਰ ਬਹੁਤ ਕੀਤੇ, ਸਕੂਲ ਬਹੁਤ ਖੋਲ੍ਹੇ ਗਏ ਤੇ ਗੁਰਮਤ ਦਾ ਪ੍ਰਚਾਰ ਜਿਹੜਾ ਸੀ ਬਹੁਤ ਕੀਤਾ। ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਜਿਹੜੇ ਸਨ ਉਹਨਾਂ ਨੇ ਇੰਨਾ ਕੁ ਗੁਰਮਤ ਦਾ ਪ੍ਰਚਾਰ ਕੀਤਾ ਕਿ ਜਿਹੜੀ ਲੁਬਾਣਾ ਕੌਮ ਕਿਸੇ ਵੇਲੇ ਜਿਹੜੇ ਸੀ ਬਿਲਕੁਲ ਅਨਪੜ੍ਹਤਾ ਦੀ ਕਗਾਰ ਦੇ ਉੱਤੇ ਸੀ, ਜਿਹੜੀ ਕੌਮ ਕੇਵਲ ਹੁੱਕੇ ਪੀਣ ਤੱਕ ਸੀਮਤ ਸੀ, ਜਿਨ੍ਹਾਂ ਦੇ ਪਹਿਰਾਵੇ ਜਿਹੜੇ ਸਨ ਘੱਗਰੀਆਂ ਚੋਲੀਆਂ ਤੱਕ ਸੀਮਤ ਸਨ, ਉਹਨਾਂ ਨੂੰ ਗੁਰਮਤ ਦਾ ਪਹਿਰਾਵਾ ਦਿੱਤਾ। ਇੱਕੋ ਦਿਨ 'ਚ ਏਡੇ ਵੱਡੇ ਅੰਮ੍ਰਿਤ ਸੰਚਾਰ ਹੋਏ ਕਿ 1200 ਜਿਹੜੀਆਂ ਹੁੱਕੀਆਂ ਸਨ ਉਹਨਾਂ ਨੂੰ ਹੁੱਕੀਆਂ ਪੀਣ ਵਾਲਿਆਂ ਨੇ ਖੂਹਾਂ ਦੇ ਵਿੱਚ ਸੁੱਟ ਕੇ, ਟੋਇਆਂ 'ਚ ਸੁੱਟ ਕੇ ਤੇ ਦਫਨਾ ਦਿੱਤਾ ਤੇ ਹਮੇਸ਼ਾ ਵਾਸਤੇ ਗੁਰੂ ਨਾਨਕ ਦੇ ਸਿੱਖ ਬਣ ਗਏ। ਤਖਤ ਮੱਲ ਤੋਂ ਬਾਅਦ ਵਿੱਚ ਕੁਰਮ ਭਾਈ ਕੁਰਮ ਜੀ ਅਜੀਤਵਾਲ ਵਿਖੇ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਰਹੇ। ਭਾਈ ਦਾਸਾ ਜਿਹੜੇ ਸਨ ਇਹ ਜਿਸ ਵੇਲੇ ਸ਼੍ਰੀਨਗਰ ਜਾਂਦੇ ਨੇ, ਬਾਬਾ ਮੱਖਣ ਸ਼ਾਹ ਲੁਬਾਣਾ ਜੀ ਦੇ ਪਿਤਾ ਜਿਹੜੇ ਸਨ ਇਹਨਾਂ ਨੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਸ ਵੇਲੇ ਮੇਰਾ ਅੰਤਮ ਸਮਾਂ ਹੋਵੇ ਆਪ ਕਿਰਪਾ ਕਰਿਓ, ਮੈਨੂੰ ਦਰਸ਼ਨ ਜ਼ਰੂਰ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਸ਼੍ਰੀਨਗਰ ਗਏ। ਇਹਨਾਂ ਦਾ ਪਿੰਡ ਉੱਥੇ ਮੋਟਾ ਟਾਂਡਾ, ਉੱਥੇ ਨਿਵਾਸ ਕਰਦੇ ਸਨ। ਸਤਿਗੁਰੂ ਮਹਾਰਾਜ ਜੀ ਦੇ ਨਾਲ 2200 ਘੋੜ ਸਵਾਰ ਸੀ ਉਸ ਵੇਲੇ। ਸਤਿਗੁਰੂ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ। ਅੰਤਮ ਸਮਾਂ ਜਾਣ ਕਰਕੇ ਗੁਰੂ ਹਰਿਰਾਏ ਸੱਚੇ ਪਾਤਸ਼ਾਹ ਮਹਾਰਾਜ ਫਿਰ ਕੁਝ ਸਮਾਂ ਉੱਥੇ ਟਿਕੇ। ਭਾਈ ਦਾਸਾ ਜੀ ਨੇ ਜਿਸ ਵੇਲੇ ਸਰੀਰ ਤਿਆਗਿਆ ਤੇ ਸਰੀਰ ਤਿਆਗਣ ਤੋਂ ਬਾਅਦ ਵਿੱਚ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਆਪ ਸੰਸਕਾਰ ਕੀਤਾ। ਆਪਣੇ ਹੱਥੀਂ ਸੰਸਕਾਰ ਕਰਨ ਤੋਂ ਬਾਅਦ ਵਿੱਚ ਗੁਰੂ ਘਰ ਦੀ ਜਿਹੜੀ ਸੇਵਾ ਭਾਈ ਦਾਸਾ ਕਰਦੇ ਨੇ ਉਹ ਸੇਵਾ ਬਾਬਾ ਮੱਖਣ ਸ਼ਾਹ ਲੁਬਾਣਾ ਨੂੰ ਦਿੱਤੀ। ਭਾਈ ਨਾਡੂ ਸ਼ਾਹ ਇਹ ਸਤਿਗੁਰੂ ਮਹਾਰਾਜ ਜੀ ਦੇ ਬਹੁਤ ਪਿਆਰੇ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ 'ਤੇ ਹੋਏ।
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਫੌਜ ਸਮੇਤ ਜਿਹੜਾ ਸੀ ਭਾਈ ਨਾਡੂ ਸ਼ਾਹ ਦੇ ਕੋਲ ਪਹੁੰਚਦੇ। ਅੱਜ ਵੀ ਤੁਸੀਂ ਜਾਓ ਮੁਹਾਲੀ ਤੋਂ ਅੱਗੇ ਜਾਂਦੇ ਹੋ ਚੰਡੀਗੜ੍ਹ, ਉੱਥੇ ਤੁਸੀਂ ਦੇਖਦੇ ਹੋ ਕਿ ਗੁਰਦੁਆਰਾ ਨਾਡਾ ਸਾਹਿਬ ਜਿਹੜਾ ਹੈ ਉਹ ਭਾਈ ਨਾਡੂ ਸ਼ਾਹ ਦੀ ਯਾਦ ਵਿੱਚ ਬਣਿਆ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਭਾਈ ਕੁਸ਼ਲ ਸਿੰਘ, ਜਵਾਹਰ ਸਿੰਘ, ਹੇਮ ਸਿੰਘ ਇਹ ਚਮਕੌਰ ਦੇ ਵਿੱਚ ਸ਼ਹੀਦ ਹੋਏ ਨੇ। ਇਹ ਵੀ ਸਾਰੇ ਲੁਬਾਣਾ ਬਰਾਦਰੀ ਦੇ ਵਿੱਚੋਂ ਨੇ। ਸੋ ਭਾਵ ਇਹ ਸੀ ਕਹਿਣ ਦਾ ਕਿ ਲੁਬਾਣੇ ਤੋਂ ਭਾਵ ਕੋਈ ਖਾਸ ਜਾਤ ਕਰਕੇ ਨਹੀਂ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਲੁਬਾਣੇ ਦੇ ਅਰਥ ਜਿਹੜੇ ਵਿਦਵਾਨਾਂ ਨੇ ਲਿਖੇ ਕਿ ਲੋਭ ਨਾ, ਜਿਹਨੂੰ ਅੰਦਰ ਲੋਭ ਨਾ ਹੋਵੇ, ਜਾਂ ਲੁਬਾਣੇ ਦੇ ਅਰਥ ਕੀਤੇ ਜਿਹੜੇ ਲੋਹ ਦਾ ਸਰੀਰ ਤੇ ਸੰਜੋਗ ਪਹਿਨਣ ਵਾਲੇ ਸੀ, ਜੰਗ ਲੜਨ ਵਾਲੇ, ਜਾਂ ਜਿਹੜੇ ਲੋਹਬਾਨ ਤੋਂ ਭਾਵ ਸੀ ਕਿ ਲੂਣ ਦੇ ਵਪਾਰੀ ਹੋਣਾ, ਇਹ ਲੁਬਾਨਿਆਂ ਦੇ ਅਰਥ ਕੀਤੇ। ਇਸੇ ਹੀ ਪਰਿਵਾਰ ਦੇ ਵਿੱਚੋਂ ਭਾਈ ਦਾਸਾ ਦੇ ਪਰਿਵਾਰ ਚੋਂ ਜਿਹੜੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਤੋਂ ਸਿੱਖ ਨੇ, ਗੁਰੂ ਘਰ ਦੇ ਮਸੰਦ ਨੇ, ਸਿੱਖੀ ਉਹਨਾਂ ਨੇ ਗੁਰੂ ਰਾਮਦਾਸ ਤੋਂ ਪ੍ਰਾਪਤ ਕੀਤੀ। ਉਹਨਾਂ ਦੇ ਅੱਗੇ ਸਪੁੱਤਰ ਨੇ ਬਾਬਾ ਮੱਖਣ ਸ਼ਾਹ ਲੁਬਾਣਾ। ਤੇ ਬਾਬਾ ਮੱਖਣ ਸ਼ਾਹ ਲੁਬਾਣਾ ਜਿਹੜੇ ਸੀ ਉਹ ਦੱਖਣੀ ਅਫਰੀਕਾ ਤੋਂ ਵਪਾਰ ਕਰਦੇ ਹੋਏ ਵਾਪਸ ਜਦੋਂ ਆਪਣੇ ਨਗਰ ਨੂੰ ਆਉਂਦੇ ਨੇ, ਤੇ ਆਉਂਦਿਆਂ ਰਸਤੇ ਦੇ ਵਿੱਚ ਸੂਰਤ ਦੀ ਬੰਦਰਗਾਹ ਤੋਂ ਪਹਿਲਾਂ ਕਹਿੰਦੇ ਜਿੱਥੇ ਸਮੁੰਦਰ 3 ਥਾਵਾਂ ਤੇ ਇਕੱਠਾ ਹੋ ਕੇ ਉੱਥੇ ਭਵਰ ਬਣਦਾ ਸੀ, ਉਸ ਭਵਰ ਦੇ ਵਿੱਚ ਜਿਹੜਾ ਸੀ ਬਾਬਾ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਜਿਹੜਾ ਹੈ ਉਹ ਫਸ ਜਾਂਦਾ ਹੈ। ਇਤਿਹਾਸ ਕਹਿੰਦਾ ਹੈ ਕਿ ਲੋਕਾਂ ਨੇ ਬੜੀਆਂ ਸਲਾਹਾਂ ਦਿੱਤੀਆਂ, ਨਾਲ ਮਲਾਹ ਜਿਹੜੇ ਸਨ ਉਹ ਇੱਕਦਮ ਡਰ ਚੁੱਕੇ ਸੀ। ਹੁਣ ਸਾਰਿਆਂ ਦੇ ਹੌਸਲੇ ਜਿਹੜੇ ਸੀ ਉਹ ਖਤਮ ਹੁੰਦੇ ਪਏ ਸੀ। ਉਹ ਕਹਿੰਦੇ ਸੀ ਕਿ ਇਹੋ ਜਿਹੇ ਭਵਰਾਂ ਦੇ ਵਿੱਚੋਂ ਜਿਹੜਾ ਹੈ ਕੋਈ ਵੀ ਅੱਜ ਤੱਕ ਬਚ ਕੇ ਨਹੀਂ ਨਿਕਲਿਆ। ਪੁਰਾਤਨ ਇਤਿਹਾਸ ਦੇ ਵਿੱਚੋਂ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ, ਸਤਿਗੁਰੂ ਮਹਾਰਾਜ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਨੇ, ਤੇ ਸਤਿਗੁਰੂ ਮਹਾਰਾਜ ਜੀ ਦੇ ਮਾਤਾ ਜੀ ਮਾਤਾ ਤ੍ਰਿਪਤਾ ਜੀ ਨੇ ਦਾਸੀ ਤੁਲਸਾ ਨੂੰ ਕਿਹਾ ਕਿ ਨਾਨਕ ਨੂੰ ਉਠਾਓ ਤੇ ਕਹੋ ਭੋਜਨ ਛਕ ਲੈ। ਤੁਲਸਾ ਜਦੋਂ ਕੋਲ ਗਈ ਤੇ ਉਹਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਜਿਵੇਂ ਸੁੱਤਿਆਂ ਮਹਿਸੂਸ ਕੀਤਾ, ਪਰ ਉਹਨੇ ਮਨ 'ਚ ਸੋਚਿਆ ਕਿ ਨਹੀਂ, ਬਾਬੇ ਨਾਨਕ ਨੂੰ ਲੋਕ ਸਿਜਦੇ ਐਵੇਂ ਥੋੜ੍ਹੀ ਕਰਦੇ ਹੋਣਗੇ, ਕੋਈ ਤਾਂ ਕਿਰਪਾ ਹੋਵੇਗੀ। ਉਹਨੇ ਕਿਹਾ ਕਿ ਨਹੀਂ, ਚਰਨਾਂ ਵਾਲੇ ਪਾਸਿਓਂ ਫੜ ਕੇ ਉਠਾਵਾਂ। ਜਦੋਂ ਚਰਨਾਂ ਵਾਲੇ ਪਾਸੇ ਗਈ ਤੇ ਸਤਿਗੁਰੂ ਮਹਾਰਾਜ ਜੀ ਦੇ ਪੈਰ ਦੇ ਅੰਗੂਠੇ ਨੂੰ ਉਹਨੇ ਚੁੰਮਿਆ। ਪੈਰ ਦੇ ਅੰਗੂਠੇ ਦਾ ਸਪਰਸ਼ ਇੰਨਾ ਜ਼ਿਆਦਾ ਜਿਹੜਾ ਉਹਨੂੰ ਮਹਿਸੂਸ ਹੋਇਆ ਕਿ ਉਹਨੂੰ ਤਰਲੋਕੀ ਦਾ ਗਿਆਨ ਹੋਇਆ। ਤਰਲੋਕੀ ਦੇ ਗਿਆਨ ਕਰਕੇ ਜਿਹੜਾ ਸੀ ਉਹ ਦਾਸੀ ਤੁਲਸਾ ਨੂੰ ਇਹ ਮਹਿਸੂਸ ਹੋਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਰੀਰ ਇੱਥੇ ਹੈ, ਇਹ ਆਪ ਭਾਈ ਮਨਸੁਖ ਦਾ ਬੇੜਾ ਤਾਰਦੇ ਪਏ ਨੇ। ਬਾਹਰ ਜਾ ਕੇ ਮਾਂ ਤ੍ਰਿਪਤਾ ਨੇ ਪੁੱਛਿਆ, ਕਹਿੰਦੇ ਨਾਨਕ ਨੂੰ ਉਠਾਇਆ ਕਿਉਂ ਨਹੀਂ? ਤੇ ਦਾਸੀ ਤੁਲਸਾ ਕਹਿੰਦੀ ਸੀ ਨਾਨਕ ਉੱਥੇ ਹੁੰਦਾ ਤੇ ਉਠਾਉਂਦੀ, ਉਹ ਤਾਂ ਕਿਸੇ ਦੇ ਬੇੜੇ ਬੰਨੇ ਤਾਰਦਾ ਪਿਆ ਹੈ, ਬੇੜੇ ਬੰਨੇ ਲਾਉਂਦਾ ਪਿਆ ਹੈ। ਸੋ ਇਹ ਪਹਿਲੀ ਵਾਰੀ ਇਤਿਹਾਸ 'ਚ ਨਹੀਂ ਹੋਇਆ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ 'ਚ ਕੋਈ ਆਵੇ ਤੇ ਉਹਦਾ ਬੇੜਾ ਪਾਰ ਨਾ ਹੋਵੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਕੋਈ ਵੀ ਆ ਜਾਏ ਤੇ ਮਹਾਰਾਜ ਕਹਿੰਦੇ ਨੇ ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ। ਗੁਰੂ ਤਾਂ ਜਹਾਜ਼ ਰੂਪ ਨੇ, ਸਤਿਗੁਰੂ ਮਹਾਰਾਜ ਤਾਂ ਇਹ ਜਨਮ ਮਰਨ ਦਾ ਜਿਹੜਾ ਭਵਰ ਹੈ ਇਹਦੇ ਵਿੱਚੋਂ ਕੱਢ ਦਿੰਦੇ ਨੇ। ਸਤਿਗੁਰੂ ਮਹਾਰਾਜ ਤਾਂ ਕਹਿੰਦੇ ਨੇ ਹਮ ਦੇਖਾ ਤਹਿ ਡੂਬੀ ਅਲੇ, ਮੈਂ ਡੁੱਬਦਿਆਂ ਹੋਇਆਂ ਨੂੰ ਦੇਖਿਆ, ਪਰ ਜਿਹੜਾ ਨੇ ਗੁਰੂ ਨਾਨਕ ਦਾ ਪੱਲਾ ਪਕੜਿਆ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹਨਾਂ 'ਤੇ ਵੀ ਕਿਰਪਾ ਹੋਈ, ਉਹਨਾਂ ਨੂੰ ਗੁਰੂ ਨਾਨਕ ਨੇ ਇਹ ਭਵ ਸਾਗਰ 'ਚੋਂ ਬਾਹਰ ਕੱਢ ਲਿਆ। ਅਗਲੀ ਵਿਚਾਰ ਜਿਹੜੀ ਹੈ ਅਗਲੇ ਦੀਵਾਨ ਦੇ ਵਿੱਚ ਆਪਾਂ ਕਰਾਂਗੇ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ